ਸਾਡੇ YouTube ਚੈਨਲ ਸਮਾਈਲਾ ਟਿਊਟੋਰੀਅਲਸ ਵਿੱਚ ਤੁਹਾਡਾ ਸਵਾਗਤ ਹੈ। ਮੈਂ ਬ੍ਰਿਜਰਾਜ ਕੰਪਿਊਟਰ ਟੀਚਰ ਸ਼ਹੀਦ ਮੱਖਣ ਸਿੰਘ ਗਵਰਨਮੈਂਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ। ਅੱਜ ਅਸੀਂ ਸਬਜੈਕਟ ਕੰਪਿਊਟਰ ਸਾਇੰਸ ਕਲਾਸ +2 ਚੈਪਟਰ 3 ਯੂਜ਼ਰ ਡਿਫਾਈਨਡ ਫੰਕਸ਼ਨਸ ਵਿੱਚ ਇਸ ਚੈਪਟਰ ਦੇ ਸ਼ਾਰਟ ਕੁਐਸਚਨ ਆਨਸਰਸ ਮੀਨਸ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਪੜਾਂਗੇ। ਆਓ ਦੇਖਦੇ ਹਾਂ। ਆਰਗੂਮੈਂਟਸ ਅਤੇ ਪੈਰਾਮੀਟਰਸ ਵਿੱਚ ਕੀ ਅੰਤਰ ਹੈ? ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਫੰਕਸ਼ਨ ਦੀ ਬ੍ਰੈਕਟ ਦੇ ਅੰਦਰ ਜਾਂ ਪੈਰੇਂਥੀਸਿਸ ਦੇ ਅੰਦਰ ਜਿਹੜੀਆਂ ਅਸੀਂ ਵੈਲਿਊਜ਼ ਲੈਂਦੇ ਹਾਂ, ਵੈਰੀਏਬਲ ਜਾਂ ਕੌਂਸਟੈਂਟ ਲੈਂਦੇ ਹਾਂ, ਉਹਨਾਂ ਨੂੰ ਆਰਗੂਮੈਂਟਸ ਜਾਂ ਪੈਰਾਮੀਟਰਸ ਕਿਹਾ ਜਾਂਦਾ ਹੈ। ਹੁਣ ਅਸੀਂ ਇਹਦਾ ਅੰਤਰ ਦੇਖਦੇ ਹਾਂ। ਲੈਫਟ ਸਾਈਡ ਤੇ ਮੈਂ ਆਰਗੂਮੈਂਟਸ ਲਏ ਹੈ ਤੇ ਰਾਈਟ ਸਾਈਡ ਤੇ ਪੈਰਾਮੀਟਰਸ। ਜਿਹੜੇ ਆਰਗੂਮੈਂਟਸ ਹੈ ਇਹਨਾਂ ਦੀ ਵਰਤੋਂ ਫੰਕਸ਼ਨ ਕਾਲ ਵਿੱਚ ਕੀਤੀ ਜਾਂਦੀ ਹੈ ਤੇ ਜਿਹੜੇ ਪੈਰਾਮੀਟਰਸ ਹੈ ਇਹਨਾਂ ਦੀ ਵਰਤੋਂ ਫੰਕਸ਼ਨ ਡੈਫੀਨੇਸ਼ਨ ਵਿੱਚ ਕੀਤੀ ਜਾਂਦੀ ਹੈ। ਫੰਕਸ਼ਨ ਕਾਲ ਕਿਹੜਾ ਹੁੰਦਾ ਹੈ? ਜਿਹਨੂੰ ਅਸੀਂ ਮੇਨ ਫੰਕਸ਼ਨ ਦੇ ਅੰਦਰ ਵਰਤਦੇ ਹਾਂ, ਤੇ ਫੰਕਸ਼ਨ ਡੈਫੀਨੇਸ਼ਨ ਕੀ ਹੁੰਦਾ ਹੈ? ਜਿਹਨੂੰ ਅਸੀਂ ਮੇਨ ਫੰਕਸ਼ਨ ਤੋਂ ਬਾਅਦ ਵਿੱਚ ਵਰਤਦੇ ਹਾਂ। ਆਰਗੂਮੈਂਟਸ ਨੂੰ ਐਕਚੁਅਲ ਆਰਗੂਮੈਂਟ ਵੀ ਕਿਹਾ ਜਾਂਦਾ ਹੈ ਤੇ ਪੈਰਾਮੀਟਰਸ ਨੂੰ ਫਾਰਮਲ ਜਾਂ ਡੰਮੀ ਆਰਗੂਮੈਂਟ ਵੀ ਕਿਹਾ ਜਾਂਦਾ ਹੈ। ਆਰਗੂਮੈਂਟਸ ਕੋਲ ਆਪਣੀ ਕੀਮਤ ਹੁੰਦੀ ਹੈ, ਪੈਰਾਮੀਟਰਸ ਕੋਲ ਆਪਣੀ ਕੀਮਤ ਨਹੀਂ ਹੁੰਦੀ। ਇਹ ਆਰਗੂਮੈਂਟਸ ਕੋਲੋਂ ਕੀਮਤ ਪ੍ਰਾਪਤ ਕਰਦੇ ਹਨ। ਨੈਕਸਟ, ਆਰਗੂਮੈਂਟਸ ਨਾਲ ਡਾਟਾ ਟਾਈਪ ਦੀ ਵਰਤੋਂ ਨਹੀਂ ਹੁੰਦੀ। ਮੀਨਸ ਕਿ ਆਰਗੂਮੈਂਟਸ ਦੇ ਅੰਦਰ ਸਿਰਫ ਆਰਗੂਮੈਂਟਸ ਦੇ ਨਾਮ ਆਉਂਦਾ ਹੈ ਤੇ ਜਿਹੜੇ ਪੈਰਾਮੀਟਰਸ ਹੈ ਇਹਦੇ ਵਿੱਚ ਆਰਗੂਮੈਂਟਸ ਦੇ ਨਾਮ ਦੇ ਨਾਲ ਜਾਂ ਪੈਰਾਮੀਟਰਸ ਦੇ ਨਾਮ ਦੇ ਨਾਲ ਡਾਟਾ ਟਾਈਪ ਵੀ ਵਰਤੇ ਜਾਂਦੇ ਨੇ, ਜਿੱਦਾਂ ਇੰਟ, ਫਲੋਟ ਤੇ ਕੈਰ। ਇੱਥੇ ਮੈਂ ਇੱਕ ਉਦਾਹਰਨ ਲਈ ਹੈ, ਜਿਹਦਾ ਸਮ a, b। ਇੱਥੇ ਸਮ ਕੀ ਹੈ? ਫੰਕਸ਼ਨ ਦਾ ਨਾਮ, ਤੇ a, b ਹੈ ਦੋਨੋਂ ਕੀ ਨੇ? ਆਰਗੂਮੈਂਟਸ। ਰਾਈਟ ਸਾਈਡ ਤੇ ਮੈਂ ਲਿਆ ਇੰਟ ਸਮ, ਇੰਟ a, ਇੰਟ b। ਜਿਹੜਾ ਇੰਟ ਹੈ ਰਿਟਰਨ ਟਾਈਪ ਹੈ, ਸਮ ਫੰਕਸ਼ਨ ਦਾ ਨਾਮ ਹੈ ਤੇ ਇੰਟ a, ਇੰਟ b ਇਹ ਦੋਨੋਂ ਕੀ ਨੇ? ਪੈਰਾਮੀਟਰਸ। ਤੇ ਅੱਗੇ ਫੰਕਸ਼ਨ ਦੀ ਬੋਡੀ ਜੋ ਵੀ ਫੰਕਸ਼ਨ ਦੇ ਵਿੱਚ ਪਰਿਭਾਸ਼ਿਤ ਕਰਨਾ ਚਾਹੁੰਦੇ ਹਾਂ, ਤੁਹਾਨੂੰ ਜਿਵੇਂ ਫੰਕਸ਼ਨ ਦੇ ਪ੍ਰੋਗਰਾਮ ਕਰਾਏ ਸੀ ਉਹਦੇ ਵਿੱਚ ਇਹਨੂੰ ਦੱਸ। Difference between arguments and parameters. Arguments are used in function call and parameters are used in function definition. Means कि function call is used within main function and function definition is used after main function. Function call is also known as calling function and function definition is also known as called function. Means the arguments are used in calling function and parameters are used in called function. Arguments are also called actual arguments and parameters are also called formal or dummy arguments. Third point is arguments have their own value, but parameters do not have their own value. They get value from arguments. Fourth point, data type is not used with arguments and in parameters data type is used with parameters. For example, sum a, b. Here sum is function name and a, b are arguments. In parameters, int sum, int a, int b, curly brace is body of function, curly brace close. Int is return type of function, sum is the name of function, int a, int b, these are parameters. Function declaration ਦੀ ਕੀ ਲੋੜ ਹੁੰਦੀ ਹੈ? What is the need of function declaration? Function declaration ਨੂੰ function prototype ਵੀ ਕਿਹਾ ਜਾਂਦਾ ਹੈ। ਇਸ ਦੀ ਵਰਤੋਂ function ਨੂੰ declare ਕਰਨ ਲਈ ਕੀਤੀ ਜਾਂਦੀ ਹੈ। ਇਸ ਨੂੰ main function ਤੋਂ ਪਹਿਲਾਂ declare ਕੀਤਾ ਜਾਂਦਾ ਹੈ। ਜੇਕਰ ਅਸੀਂ function ਨੂੰ declare ਨਹੀਂ ਕਰਦੇ ਤਾਂ ਕੰਪਾਈਲਰ ਇਸ ਨੂੰ ਸਮਝ ਨਹੀਂ ਪਾਵੇਗਾ, ਜਿਸ ਕਾਰਨ ਪ੍ਰੋਗਰਾਮ ਵਿੱਚ ਗਲਤੀ ਪੈਦਾ ਹੋ ਜਾਵੇਗੀ ਜਾਂ ਐਰਰ ਪੈਦਾ ਹੋ ਜਾਵੇਗਾ। ਇਸੇ ਤਰ੍ਹਾਂ ਇੰਗਲਿਸ਼ ਮੀਡੀਅਮ ਵਿੱਚ it is also known as function prototype. It is used to declare a function. It is declared before main function. If we do not declare function,
then compiler is unable to understand it and error will be generated in the program। ਜੇਕਰ ਅਸੀਂ ਸਧਾਰਨ ਸ਼ਬਦਾਂ ਵਿੱਚ ਗੱਲ ਕਰੀਏ ਤਾਂ ਫੰਕਸ਼ਨ ਡੈਕਲੇਰੇਸ਼ਨ ਹੁੰਦੀ ਕੀ ਹੈ? ਤੁਹਾਨੂੰ ਦੱਸ ਚੁੱਕੇ ਹਾਂ ਕਿ ਫੰਕਸ਼ਨ ਡੈਕਲੇਰੇਸ਼ਨ ਕਿੱਥੇ ਵਰਤੀ ਜਾਂਦੀ ਹੈ? ਹੈਡਰ ਫਾਈਲਾਂ ਤੋਂ ਬਾਅਦ ਅਤੇ ਮੇਨ ਫੰਕਸ਼ਨ ਤੋਂ ਪਹਿਲਾਂ। ਜਿਸ ਤਰ੍ਹਾਂ ਅਸੀਂ ਪ੍ਰੋਗਰਾਮ ਦੇ ਵਿੱਚ ਕੋਈ ਵੈਰੀਏਬਲ ਡਿਕਲੇਅਰ ਕਰਦੇ ਹਾਂ, ਉਸੇ ਤਰ੍ਹਾਂ ਫੰਕਸ਼ਨ ਦੇ ਵਿੱਚ ਫੰਕਸ਼ਨ ਨੂੰ ਡਿਕਲੇਅਰ ਕਰਨਾ ਵੀ ਜ਼ਰੂਰੀ ਹੁੰਦਾ ਹੈ। ਜੇਕਰ ਅਸੀਂ ਕਿਸੇ ਵੈਰੀਏਬਲ ਨੂੰ ਡਿਕਲੇਅਰ ਨਾ ਕਰੀਏ ਤੇ ਅਸੀਂ ਉਸ ਵੈਰੀਏਬਲ ਨੂੰ ਪ੍ਰੋਗਰਾਮ ਵਿੱਚ ਵਰਤਣ ਦੀ ਕੋਸ਼ਿਸ਼ ਕਰੀਏ ਤਾਂ ਐਰਰ ਆ ਜਾਂਦਾ ਹੈ। ਉਸੇ ਤਰ੍ਹਾਂ ਜੇਕਰ ਅਸੀਂ ਪ੍ਰੋਗਰਾਮ ਦੇ ਵਿੱਚ ਫੰਕਸ਼ਨ ਨੂੰ ਡਿਕਲੇਅਰ ਨਹੀਂ ਕਰਦੇ ਤੇ ਉਸ ਫੰਕਸ਼ਨ ਨੂੰ ਡਾਇਰੈਕਟ ਯੂਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹਨੂੰ ਯੂਜ਼ ਨਹੀਂ ਕਰ ਪਾਵਾਂਗੇ ਤੇ ਕੰਪਾਈਲਰ ਉਹਨੂੰ ਸਮਝ ਨਹੀਂ ਪਾਏਗਾ, ਜਿਹਦੇ ਕਰਕੇ ਕੀ ਹੋਏਗਾ, ਪ੍ਰੋਗਰਾਮ ਦੇ ਵਿੱਚ ਐਰਰ ਆ ਜਾਵੇਗਾ ਤੇ ਤੁਹਾਡਾ ਪ੍ਰੋਗਰਾਮ ਰਨ ਨਹੀਂ ਹੋਵੇਗਾ ਤੇ ਲਾਗੂ ਨਹੀਂ ਹੋਵੇਗਾ। ਸਭ ਤੋਂ ਪਹਿਲਾਂ ਪੰਜਾਬੀ ਮੀਡੀਅਮ ਵਿੱਚ ਫੰਕਸ਼ਨ ਡੈਫੀਨੇਸ਼ਨ ਅਤੇ ਫੰਕਸ਼ਨ ਡੈਕਲੇਰੇਸ਼ਨ ਵਿੱਚ ਕੀ ਅੰਤਰ ਹੈ? ਇਹਨੂੰ ਮੈਂ ਟੇਬਲ ਦੀ ਫਾਰਮ 'ਚ ਲਿਆ। ਲੈਫਟ ਸਾਈਡ ਤੇ ਮੈਂ ਫੰਕਸ਼ਨ ਡੈਫੀਨੇਸ਼ਨ ਦੇ ਪੁਆਇੰਟ ਲਏ ਨੇ ਤੇ ਰਾਈਟ ਸਾਈਡ ਤੇ ਫੰਕਸ਼ਨ ਡੈਕਲੇਰੇਸ਼ਨ ਦੇ ਪੁਆਇੰਟ ਲਏ ਨੇ। ਇਸ ਟੌਪਿਕ ਨੂੰ ਅਸੀਂ ਕੰਪੋਨੈਂਟਸ ਆਫ ਫੰਕਸ਼ਨ ਦੇ ਵਿੱਚ ਵੀ ਪੜ੍ਹ ਚੁੱਕੇ ਹਾਂ। ਫਸਟ ਪੁਆਇੰਟ ਹੈ ਫੰਕਸ਼ਨ ਡੈਫੀਨੇਸ਼ਨ ਨੂੰ ਕਾਲ ਫੰਕਸ਼ਨ ਵੀ ਕਿਹਾ ਜਾਂਦਾ ਹੈ ਤੇ ਫੰਕਸ਼ਨ ਡੈਕਲੇਰੇਸ਼ਨ ਨੂੰ ਫੰਕਸ਼ਨ ਪ੍ਰੋਟੋਟਾਈਪ ਵੀ ਕਿਹਾ ਜਾਂਦਾ ਹੈ। ਫੰਕਸ਼ਨ ਡੈਫੀਨੇਸ਼ਨ ਦੀ ਵਰਤੋਂ ਫੰਕਸ਼ਨ ਦੀ ਬੋਡੀ ਨੂੰ ਪਰਿਭਾਸ਼ਿਤ ਕਰਨ ਲਈ ਕੀਤੀ ਜਾਂਦੀ ਹੈ ਤੇ ਫੰਕਸ਼ਨ ਡੈਕਲੇਰੇਸ਼ਨ ਦੀ ਵਰਤੋਂ ਫੰਕਸ਼ਨ ਨੂੰ ਡਿਕਲੇਅਰ ਕਰਨ ਲਈ ਕੀਤੀ ਜਾਂਦੀ ਹੈ ਕਿ ਜਦੋਂ ਇੱਕ ਫੰਕਸ਼ਨ ਡਿਕਲੇਅਰ ਕਰਨਾ ਹੋਵੇ ਉਦੋਂ ਕਰਦੇ ਹਾਂ। ਫੰਕਸ਼ਨ ਡੈਫੀਨੇਸ਼ਨ ਨੂੰ ਮੇਨ ਫੰਕਸ਼ਨ ਤੋਂ ਬਾਅਦ ਪਰਿਭਾਸ਼ਿਤ ਕੀਤਾ ਜਾਂਦਾ ਹੈ ਤੇ ਜਿਹੜਾ ਫੰਕਸ਼ਨ ਡੈਕਲੇਰੇਸ਼ਨ ਹੈ ਇਸ ਨੂੰ ਮੇਨ ਫੰਕਸ਼ਨ ਤੋਂ ਪਹਿਲਾਂ ਡਿਕਲੇਅਰ ਕੀਤਾ ਜਾਂਦਾ ਹੈ। ਫੋਰਥ ਪੁਆਇੰਟ ਫੰਕਸ਼ਨ ਦੀ ਬੋਡੀ ਨੂੰ ਪਰਿਭਾਸ਼ਿਤ ਕਰਨ ਲਈ ਕਰਲੀ ਬ੍ਰੇਸਿਸ ਦੀ ਵਰਤੋਂ ਹੁੰਦੀ ਹੈ ਤੇ ਫੰਕਸ਼ਨ ਡੈਕਲੇਰੇਸ਼ਨ ਨੂੰ ਡਿਕਲੇਅਰ ਕਰਨ ਲਈ ਕਰਲੀ ਬ੍ਰੇਸਿਸ ਦੀ ਵਰਤੋਂ ਨਹੀਂ ਹੁੰਦੀ। ਫੰਕਸ਼ਨ ਡੈਫੀਨੇਸ਼ਨ ਦੇ ਅੰਤ ਵਿੱਚ ਸੈਮੀਕੋਲਨ ਦੀ ਵਰਤੋਂ ਨਹੀਂ ਹੁੰਦੀ ਤੇ ਫੰਕਸ਼ਨ ਡੈਕਲੇਰੇਸ਼ਨ ਦੇ ਅੰਤ ਵਿੱਚ ਸੈਮੀਕੋਲਨ ਦੀ ਵਰਤੋਂ ਹੁੰਦੀ ਹੈ। ਹੁਣ ਅਸੀਂ ਇੰਗਲਿਸ਼ ਮੀਡੀਅਮ ਵਿੱਚ ਦੇਖਦੇ ਹਾਂ। ਇੰਗਲਿਸ਼ ਮੀਡੀਅਮ ਵਿੱਚ ਕੁਐਸਚਨ ਆ ਸਕਦਾ ਹੈ ਡਿਫਰੈਂਸ ਬਿਟਵੀਨ ਫੰਕਸ਼ਨ ਡੈਫੀਨੇਸ਼ਨ ਐਂਡ ਫੰਕਸ਼ਨ ਡੈਕਲੇਰੇਸ਼ਨ। First point is it is also known as called function. It is also known as function prototype. Means function definition is also called function and function declaration is also known as function prototype. Function definition is used to define the body of a function and function declaration is used to declare a function. Third point is function definition is declared after main function and third point in function declaration declared before main function. Curly braces are used to define the body of a function. मतलब कि function definition के अंदर curly brace use होंगे। And next point, fourth point in function declaration, curly braces are not used to declare a function. Fifth point is semicolon is not used at the end of function definition and in function declaration semicolon is used at the end of this। अगर सिंपल शब्दां ਵਿੱਚ ਗੱਲ ਕਰੀਏ ਤੇ ਫੰਕਸ਼ਨ ਡੈਫੀਨੇਸ਼ਨ ਦਾ ਮਤਲਬ ਕੀ ਹੈ ਕਿ ਜੇਕਰ ਫੰਕਸ਼ਨ ਦੀ ਬੋਡੀ ਨੂੰ ਪਰਿਭਾਸ਼ਿਤ ਕਰਨਾ ਹੋਵੇ ਕਿ ਫੰਕਸ਼ਨ ਜੇਕਰ ਅਸੀਂ ਕੋਈ ਯੂਜ਼ਰ ਡਿਫਾਈਨਡ ਫੰਕਸ਼ਨ ਬਣਾਇਆ ਹੈ ਉਹਦੀ ਵਰਕਿੰਗ ਜਿਹੜੀ ਹੈ ਉਹ ਸਾਰੀ ਦੀ ਸਾਰੀ ਕਿਹਦੇ ਚ ਆਉਂਦੀ ਹੈ? ਫੰਕਸ਼ਨ ਡੈਫੀਨੇਸ਼ਨ ਦੇ ਅੰਦਰ। ਇਸ ਲਈ ਇਹਦੇ ਅੰਦਰ ਕਰਲੀ ਬ੍ਰੇਸਿਸ ਦੀ ਜ਼ਰੂਰਤ ਪੈਂਦੀ ਹੈ। ਤੇ ਜਿਹੜਾ ਫੰਕਸ਼ਨ ਡੈਕਲੇਰੇਸ਼ਨ ਹੈ ਇਹਨੂੰ ਅਸੀਂ ਮੇਨ ਤੋਂ ਪਹਿਲਾਂ ਡਿਕਲੇਅਰ ਕਰਦੇ ਹਾਂ। ਉਹ ਕਿਉਂ? ਜਿਸ ਤਰ੍ਹਾਂ ਅਸੀਂ ਸੀ ਦਾ ਪ੍ਰੋਗਰਾਮ ਬਣਾਉਂਦੇ ਹਾਂ ਕਿਸੇ ਵੈਰੀਏਬਲ ਨੂੰ ਡਿਕਲੇਅਰ ਕਰਦੇ ਹਾਂ, ਜੇਕਰ ਅਸੀਂ ਵੈਰੀਏਬਲ ਡਿਕਲੇਅਰ ਨਾ ਕਰੀਏ ਤਾਂ ਪ੍ਰੋਗਰਾਮ ਵਿੱਚ ਐਰਰ ਆ ਜਾਂਦਾ ਹੈ। ਉਸੇ ਤਰ੍ਹਾਂ ਜੇਕਰ ਅਸੀਂ ਫੰਕਸ਼ਨ ਨੂੰ ਡਿਕਲੇਅਰ ਨਹੀਂ ਕਰਾਂਗੇ ਤੇ ਫੰਕਸ਼ਨ ਨੂੰ ਕਾਲ ਕਰਨ ਦੀ ਕੋਸ਼ਿਸ਼ ਕਰਾਂਗੇ ਜਾਂ ਡਿਫਾਈਨ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਪ੍ਰੋਗਰਾਮ ਦੇ ਵਿੱਚ ਜਿਹੜਾ ਐਰਰ ਹੈ ਉਹ ਜਨਰੇਟ ਹੋ ਜਾਵੇਗਾ। ਰਿਟਰਨ ਸਟੇਟਮੈਂਟ ਕਿਹੜੀ ਭੂਮਿਕਾ ਨਿਭਾਉਂਦੀ ਹੈ? ਰਿਟਰਨ ਸਟੇਟਮੈਂਟ ਦੀ ਵਰਤੋਂ ਫੰਕਸ਼ਨ ਡੈਫੀਨੇਸ਼ਨ 'ਚ ਆਖਿਰ ਵਿੱਚ ਕੀਤੀ ਜਾਂਦੀ ਹੈ। ਫੰਕਸ਼ਨ ਡੈਫੀਨੇਸ਼ਨ ਕਿਸ ਨੂੰ ਬੋਲਦੇ ਹੈ? ਤੁਹਾਨੂੰ ਜਦੋਂ ਫੰਕਸ਼ਨ ਦੇ ਭਾਗ ਕਰਾਏ ਸੀ ਤੁਹਾਨੂੰ ਫੰਕਸ਼ਨ ਦੇ 3 ਭਾਗ ਕਰਾਏ ਸੀ। ਫੰਕਸ਼ਨ ਡੈਕਲੇਰੇਸ਼ਨ ਜਿਹੜਾ ਮੇਨ ਤੋਂ ਪਹਿਲੇ ਵਰਤਿਆ ਜਾਂਦਾ ਹੈ,
ਫੰਕਸ਼ਨ ਕੋਲ ਜਿਹੜਾ ਮੇਨ ਦੇ ਅੰਦਰ ਵਰਤਿਆ ਜਾਂਦਾ ਹੈ ਤੇ ਫੰਕਸ਼ਨ ਡੈਫੀਨੇਸ਼ਨ ਜਿਹੜਾ ਮੇਨ ਫੰਕਸ਼ਨ ਦੇ ਬਾਅਦ ਵਰਤਿਆ ਜਾਂਦਾ ਹੈ। ਤੇ ਮਤਲਬ ਕਿ ਰਿਟਰਨ ਸਟੇਟਮੈਂਟ ਹੈ ਇਹ ਕਿਹਦੇ 'ਚ ਵਰਤੀ ਜਾਂਦੀ ਹੈ? ਫੰਕਸ਼ਨ ਡੈਫੀਨੇਸ਼ਨ ਦੇ ਅੰਤ ਵਿੱਚ। ਤੇ ਰਿਟਰਨ ਸਟੇਟਮੈਂਟ ਜਿਹੜੀ ਹੈ ਉਸ ਕੇਸ 'ਚ ਵਰਤੀ ਜਾਂਦੀ ਹੈ ਜਦੋਂ ਅਸੀਂ ਫੰਕਸ਼ਨ ਦੀ ਕੈਟਾਗਰੀ 3 ਪੜ੍ਹੀ ਸੀ। ਫੰਕਸ਼ਨ ਦੀ ਕੈਟਾਗਰੀ 3 'ਚ ਦੱਸਿਆ ਸੀ ਫੰਕਸ਼ਨ ਵਿਦ ਆਰਗੂਮੈਂਟ ਐਂਡ ਵਿਦ ਰਿਟਰਨ ਵੈਲਿਊ। ਤੁਹਾਨੂੰ ਯਾਦ ਹੋਣਾ ਕਿ ਉਸ 'ਚ ਮੈਂ ਤੁਹਾਨੂੰ ਪ੍ਰੋਗਰਾਮ ਵੀ ਕਰਾਇਆ ਸੀ, ਉਹਦੇ 'ਚ ਵੀ ਤੁਹਾਨੂੰ ਰਿਟਰਨ ਸਟੇਟਮੈਂਟ ਬਾਰੇ ਦੱਸਿਆ ਸੀ ਕਿ ਜੇਕਰ ਤੁਸੀਂ ਦੁਬਾਰਾ ਰਿਮਾਈਂਡ ਕਰਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਵਿੱਚੋਂ ਤੁਸੀਂ ਉਹਦਾ ਲਿੰਕ ਦੇਖ ਸਕਦੇ ਹੋ। ਫੰਕਸ਼ਨ ਵਿਦ ਆਰਗੂਮੈਂਟ ਵਿਦ ਰਿਟਰਨ ਵੈਲਿਊ, ਇਸ ਦਾ ਕੀਵਰਡ ਰਿਟਰਨ ਹੁੰਦਾ ਹੈ, ਮਤਲਬ ਕਿ ਇਹਦੇ ਵਿੱਚ ਰਿਟਰਨ ਕੀਵਰਡ ਦੀ ਵਰਤੋਂ ਹੁੰਦੀ ਹੈ। ਇਹ ਸਟੇਟਮੈਂਟ ਨਤੀਜੇ ਨੂੰ ਕਾਲਡ ਫੰਕਸ਼ਨ ਤੋਂ ਕਾਲਿੰਗ ਫੰਕਸ਼ਨ 'ਚ ਵਾਪਸ ਭੇਜਦੀ ਹੈ। ਮਤਲਬ ਕਿ ਫੰਕਸ਼ਨ ਡੈਫੀਨੇਸ਼ਨ ਦੇ ਵਿੱਚ ਫੰਕਸ਼ਨ ਡੈਫੀਨੇਸ਼ਨ ਨੂੰ ਕਾਲਡ ਫੰਕਸ਼ਨ ਵੀ ਬੋਲਦੇ ਆ। ਉਹਦੇ 'ਚ ਜੋ ਵੀ ਰਿਜ਼ਲਟ ਆਇਆ ਹੈ, ਜੋ ਵੀ ਨਤੀਜਾ ਆਇਆ ਹੈ, ਇਹ ਕਾਲਿੰਗ ਫੰਕਸ਼ਨ ਨੂੰ ਵਾਪਸ ਭੇਜਦੀ ਹੈ। ਕਾਲਿੰਗ ਫੰਕਸ਼ਨ ਕਿਹਨੂੰ ਬੋਲਦੇ ਆ? ਫੰਕਸ਼ਨ ਕੋਲ ਨੂੰ। ਫੰਕਸ਼ਨ ਕੋਲ ਕਿਹੜਾ ਹੁੰਦਾ ਹੈ? ਜਿਹੜਾ ਮੇਨ ਫੰਕਸ਼ਨ ਦੇ ਅੰਦਰ ਵਰਤਿਆ ਜਾਂਦਾ ਹੈ। ਇੱਕ ਫੰਕਸ਼ਨ ਵਿੱਚ ਕਈ ਰਿਟਰਨ ਸਟੇਟਮੈਂਟਸ ਹੋ ਸਕਦੀਆਂ ਹਨ। ਇਹਦਾ ਸਿੰਟੈਕਸ ਕੀ ਹੈ? ਰਿਟਰਨ ਤੇ ਐਕਸਪ੍ਰੈਸ਼ਨ। ਤੁਹਾਨੂੰ ਜਦੋਂ ਮੈਂ ਫੰਕਸ਼ਨ ਵਿਦ ਆਰਗੂਮੈਂਟ ਵਿਦ ਰਿਟਰਨ ਸਟੇਟਮੈਂਟ ਵਾਲਾ ਪ੍ਰੋਗਰਾਮ ਕਰਾਇਆ ਸੀ, ਉਹਦੇ 'ਚ ਮੈਂ ਸਮ ਆਫ 2 ਨੰਬਰਸ ਦਾ ਪ੍ਰੋਗਰਾਮ ਬਣਾਇਆ ਸੀ। ਉਹਦੇ 'ਚ ਮੈਂ ਕੀਤਾ ਕੀ ਸੀ, ਜਿੱਥੇ ਐਕਸਪ੍ਰੈਸ਼ਨ ਲਿਖਿਆ ਇਹਦੇ 'ਚ ਆਨਸਰ ਆ ਗਿਆ ਸੀ a + b ਜਾਂ a × b। ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ, ਰਿਟਰਨ ਸਟੇਟਮੈਂਟ ਤੁਸੀਂ ਉਹ ਐਕਸਪ੍ਰੈਸ਼ਨ ਲਿਖਣਾ ਜਿਹਦਾ ਰਿਜ਼ਲਟ ਤੁਹਾਨੂੰ ਚਾਹੀਦਾ ਹੈ। ਜੇ ਮੰਨ ਲਓ 2 ਨੰਬਰਾਂ ਦਾ ਸਮ ਕਰਨਾ ਹੈ ਤੇ ਐਕਸਪ੍ਰੈਸ਼ਨ 'ਚ ਆ ਜਾਏਗਾ a + b। ਜੇਕਰ ਮਲਟੀਪਲਾਈ ਕਰਨਾ ਹੈ a × b ਜਾਂ ਮਾਈਨਸ ਕਰਨਾ ਤੇ a - b। ਹੁਣ ਅਸੀਂ ਇੰਗਲਿਸ਼ ਮੀਡੀਅਮ ਵਿੱਚ ਦੇਖਦੇ ਹਾਂ। What role does the return statement plays? A return statement is used at the end of function definition. ਜਿਹੜੀ ਫੰਕਸ਼ਨ ਡੈਫੀਨੇਸ਼ਨ ਹੈ ਤੁਹਾਨੂੰ ਦੱਸਿਆ ਕਿ ਫੰਕਸ਼ਨ ਦਾ ਤੀਸਰਾ ਭਾਗ ਹੁੰਦਾ ਹੈ ਜਿਹੜਾ ਮੇਨ ਫੰਕਸ਼ਨ ਤੋਂ ਬਾਅਦ ਵਰਤਿਆ ਜਾਂਦਾ ਹੈ ਤੇ ਫੰਕਸ਼ਨ ਡੈਫੀਨੇਸ਼ਨ ਨੂੰ ਕਾਲਡ ਫੰਕਸ਼ਨ ਵੀ ਬੋਲਦੇ ਹੈ। ਇਟਸ ਕੀਵਰਡ ਇਜ਼ ਰਿਟਰਨ, ਇਸ ਦਾ ਕੀਵਰਡ ਰਿਟਰਨ ਹੁੰਦਾ ਹੈ। ਦਿਸ ਸਟੇਟਮੈਂਟ ਰਿਟਰਨਸ ਦਾ ਰਿਜ਼ਲਟ ਫਰੋਮ ਕਾਲਡ ਫੰਕਸ਼ਨ ਟੂ ਕਾਲਿੰਗ ਫੰਕਸ਼ਨ। ਮੀਨਸ ਕਿ ਇਹ ਜਿਹੜੀ ਸਟੇਟਮੈਂਟ ਹੈਗੀ ਹੈ ਇਹ ਫੰਕਸ਼ਨ ਡੈਫੀਨੇਸ਼ਨ ਦਾ ਜਿਹੜਾ ਰਿਜ਼ਲਟ ਹੈ ਉਹਨੂੰ ਵਾਪਸ ਲੈ ਕੇ ਆਉਂਦੀ ਹੈ ਫੰਕਸ਼ਨ ਕੋਲ ਦੇ ਅੰਦਰ। ਤੇ ਕੋਲਡ ਫੰਕਸ਼ਨ ਬੋਲਦੇ ਆ ਫੰਕਸ਼ਨ ਡੈਫੀਨੇਸ਼ਨ ਨੂੰ ਤੇ ਕਾਲਿੰਗ ਫੰਕਸ਼ਨ ਬੋਲਦੇ ਹੈ ਫੰਕਸ਼ਨ ਕੋਲ ਨੂੰ। A function has many return statements. ਇੱਕ ਫੰਕਸ਼ਨ ਦੇ ਅੰਦਰ ਕਈ ਰਿਟਰਨ ਸਟੇਟਮੈਂਟਸ ਹੋ ਸਕਦੀਆਂ ਹਨ। ਜਦੋਂ ਤੁਹਾਨੂੰ ਮੈਂ ਪ੍ਰੋਗਰਾਮ ਕਰਾਇਆ ਸੀ sum of two number using ਫੰਕਸ਼ਨ ਦੀ ਥਰਡ ਕੈਟਾਗਰੀ ਵਿੱਚ ਫੰਕਸ਼ਨ ਵਿਦ ਆਰਗੂਮੈਂਟ ਵਿਦ ਰਿਟਰਨ ਵੈਲਿਊ, ਤੇ ਉਹਦੇ ਵਿੱਚ ਤੁਹਾਨੂੰ ਮੈਂ ਰਿਟਰਨ ਸਟੇਟਮੈਂਟ ਸਮਝਾਈ ਸੀ। ਉਸ ਪ੍ਰੋਗਰਾਮ ਨੂੰ ਤੁਸੀਂ ਦੁਬਾਰਾ ਗੋ ਥਰੂ ਕਰ ਸਕਦੇ ਹੋ। ਇਸ ਪ੍ਰੋਗਰਾਮ ਦੇ ਲਿੰਕ ਵਿੱਚ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਇਹਦਾ ਲਿੰਕ ਦੇ ਦੇਵਾਂਗਾ। For example, the syntax return expression means कि expression ਦੇ ਅੰਦਰ ਕੋਈ ਵੀ mathematical expression ਆ ਸਕਦਾ ਹੈ a + b, a - b ਜਾਂ a × b। ਫੰਕਸ਼ਨ ਦੀ ਐਗਜ਼ੀਕਿਊਸ਼ਨ ਕਦੋਂ ਸਮਾਪਤ ਹੁੰਦੀ ਹੈ? ਮੀਨਸ when the execution of the function terminated। ਇੱਥੇ ਅਸੀਂ ਗੱਲ ਕਰ ਰਹੇ ਹਾਂ ਯੂਜ਼ਰ ਡਿਫਾਈਨਡ ਫੰਕਸ਼ਨ ਦੀ ਕਿ ਯੂਜ਼ਰ ਡਿਫਾਈਨਡ ਫੰਕਸ਼ਨ ਕੰਮ ਕਰਨਾ ਕਦੋਂ ਬੰਦ ਕਰ ਦਿੰਦਾ ਹੈ। ਆਓ ਦੇਖਦੇ ਹਾਂ। ਜਦੋਂ ਅਸੀਂ ਫੰਕਸ਼ਨ ਨੂੰ ਕਾਲ ਕਰਦੇ ਹਾਂ ਤਾਂ ਪ੍ਰੋਗਰਾਮ ਦਾ ਕੰਟਰੋਲ ਫੰਕਸ਼ਨ ਡੈਫੀਨੇਸ਼ਨ ਕੋਲ ਪਹੁੰਚ ਜਾਂਦਾ ਹੈ ਅਤੇ ਫੰਕਸ਼ਨ ਦੀ ਐਗਜ਼ੀਕਿਊਸ਼ਨ ਸ਼ੁਰੂ ਹੋ ਜਾਂਦੀ ਹੈ। ਮੀਨਸ ਕਿ ਜਦੋਂ ਅਸੀਂ ਮੇਨ ਫੰਕਸ਼ਨ ਦੇ ਅੰਦਰ ਫੰਕਸ਼ਨ ਨੂੰ ਕਾਲ ਕਰਦੇ ਹਾਂ ਤਾਂ ਕੰਟਰੋਲ ਕਿਹਦੇ ਕੋਲ ਚਲਾ ਜਾਂਦਾ ਹੈ? ਕਾਲਡ ਫੰਕਸ਼ਨ ਕੋਲ। ਕਾਲਡ ਫੰਕਸ਼ਨ ਹੁੰਦਾ ਫੰਕਸ਼ਨ ਡੈਫੀਨੇਸ਼ਨ। ਫੰਕਸ਼ਨ ਦੀ ਇਹ ਐਗਜ਼ੀਕਿਊਸ਼ਨ ਉਸ ਸਮੇਂ ਤੱਕ ਜਾਰੀ ਰਹਿੰਦੀ ਹੈ ਜਦੋਂ ਤੱਕ ਕਿ ਫੰਕਸ਼ਨ ਦੀ ਬੋਡੀ ਵਿੱਚ ਸ਼ਾਮਲ ਸਾਰੀਆਂ ਸਟੇਟਮੈਂਟਸ ਲਾਗੂ ਨਹੀਂ ਹੋ ਜਾਂਦੀਆਂ। ਮਤਲਬ ਕਿ ਫੰਕਸ਼ਨ ਡੈਫੀਨੇਸ਼ਨ ਦੇ ਅੰਦਰ ਅਸੀਂ ਕਰਲੀ ਬ੍ਰੇਸਿਸ ਦੀ ਵਰਤੋਂ ਕਰਦੇ ਹਾਂ ਤੇ ਕਰਲੀ ਬ੍ਰੇਸਿਸ ਦੇ ਅੰਦਰ ਜਿੰਨੀਆਂ ਵੀ ਸਟੇਟਮੈਂਟਸ ਹੁੰਦੀਆਂ ਨੇ ਉਹਨਾਂ ਨੂੰ ਕਹਿੰਦੇ ਨੇ ਬੋਡੀ ਆਫ ਫੰਕਸ਼ਨ। ਜਦੋਂ ਤੱਕ ਉਹ ਸਾਰੀਆਂ ਸਟੇਟਮੈਂਟਸ ਲਾਗੂ ਨਹੀਂ ਹੋ ਜਾਂਦੀਆਂ ਉਦੋਂ ਤੱਕ ਪ੍ਰੋਗਰਾਮ ਦੀ ਐਗਜ਼ੀਕਿਊਸ਼ਨ ਚਲਦੀ ਰਹਿੰਦੀ ਹੈ ਤੇ ਜਦੋਂ ਸਾਰੀਆਂ ਸਟੇਟਮੈਂਟਸ ਲਾਗੂ ਹੋ ਜਾਂਦੀਆਂ ਨੇ ਤੇ ਪ੍ਰੋਗਰਾਮ ਦੀ ਜਿਹੜੀ ਐਗਜ਼ੀਕਿਊਸ਼ਨ ਹੈ ਉਹ ਸਮਾਪਤ ਹੋ ਜਾਂਦੀ ਹੈ। ਇਸੇ ਤਰ੍ਹਾਂ ਇੰਗਲਿਸ਼ ਮੀਡੀਅਮ ਵਿੱਚ when we call a function the control of function transfers to function definition and execution of function starts। means कि when we call a function then the control of function transferred to called function। called function is used after the main function
the execution of function terminated when all the statements within the body of function executed। मीन्स कि फंक्शन की एग्जीक्यूशन उदों खत्म होगी जो फंक्शन के अंदर जिन्नियां भी स्टेटमेंट्स हैं वो सारियां लागू हो जाएंगियां। अगर असी सधारण शब्दों में गल करिए तो इसका अर्थ की है कि जो असी फंक्शन को कॉल करते हैं तो तुहानूं पहले भी दस्सिया कि कॉल फंक्शन कित्थे वरतिया जाता है, मेन फंक्शन के अंदर। तो उस टाइम ते क्या होंदा है कि जो फंक्शन को कॉल करते हैं तो फंक्शन जिहड़ा हैगा वो कित्थे आ जांदा है, वो आ जांदा फंक्शन डेफिनेशन कोल। फिर फंक्शन डेफिनेशन के अंदर जिन्नियां भी स्टेटमेंट्स हैगियां वो सारियां एक एक करके लागू होंदियां। तो उस तो बाद की होंदा है कि वो जिहड़ियां स्टेटमेंट फंक्शन डेफिनेशन के अंदर लागू हो रही ने वो एक एक करके ट्रांसफर हो जांदियां ने फंक्शन कोल कोल। फंक्शन कोल जिथों असी फंक्शन नूं कॉल कीता, जो सारियां स्टेटमेंट्स लागू हो जाएंगियां फंक्शन डेफिनेशन की क्लोजिंग ब्रेस से असीं पहुंच जावांगे तो फंक्शन डेफिनेशन काम करना बंद कर देगा तो प्रोग्राम का कंट्रोल दोबारा कित्थे आ जाएगा, मेन फंक्शन के अंदर। तो असीं फिर कह सकते हैं कि फंक्शन की एग्जीक्यूशन उदों समाप्त होंदी है जो फंक्शन डेफिनेशन के अंदर जिन्नियां भी स्टेटमेंट्स हैं वो सारियां लागू हो जान। फंक्शन के लाभ ਜਾਂ एडवांटेजेस। तो पेपर में क्वेश्चन आ सकता है कि फंक्शन के की लाभ हैं ਜਾਂ की एडवांटेजेस हैं। सब तो पहला फंक्शन एक वड्डी समस्या नूं छोटे छोटे सैक्शनां विच वंडदा है कि जेकर साडा कोई बड़ा वड्डा प्रोग्राम है उन्होंने असी फंक्शन की मदद नाल छोटे छोटे भागां विच वंड सकते हाँ। फंक्शन की मदद नाल प्रोग्राम विचों गलतियां नूं आसानी नाल लभ्या जा सकता है। जेकर कोई वड्डा प्रोग्राम है ਉਹਦੇ ਵਿੱਚੋਂ गलतियां ਲੱਭਣੀਆਂ मुश्किल ਹੁੰਦੀਆਂ ਨੇ बट फंक्शन प्रोग्राम ਨੂੰ छोटे छोटे भागां 'ਚ ਵੰਡ ਦਿੰਦਾ ਹੈ ਜਿਹਦੇ ਨਾਲ ਗਲਤੀਆਂ ਨੂੰ ਆਸਾਨੀ ਨਾਲ ਲੱਭਿਆ ਜਾ ਸਕਦਾ ਹੈ। फंक्शन प्रोग्राम की लंबाई ਨੂੰ ਘੱਟ ਕਰਦੇ ਹਨ। लंबाई घट किवें करते हैं कि जेकर कोई कोड बार बार यूज़ हो रहा है तो असी वो फंक्शन बना के वो लंबाई घट कर सकते हैं। फंक्शन की मदद नाल असी प्रोग्राम को आसानी नाल समझ सकते हैं। पहले भी दस्सिया कि फंक्शन एक वड्डी समस्या को छोटे छोटे भागों में वंडदा है जिहदे नाल असी छोटे प्रोग्राम को आसानी नाल समझ सकते हैं। फंक्शन को असी एक तो वध प्रोग्राम में वरत सकते हैं। जेकर असीं फंक्शन बनाया है नहीं कि फंक्शन उस प्रोग्राम च वरत्या जा सकता है, असी किसी होर प्रोग्राम च इहनूं कॉल कर सकते हाँ। इसी तरह इंग्लिश मीडियम फंक्शन डिवाइड द बिगर प्रॉब्लम इनटू स्मॉलर सेक्शंस। सेकंड, विद द हेल्प ऑफ फंक्शन वी कैन ईजिली फाइंड द एरर्स फ्रॉम ए प्रोग्राम। जो प्रोग्राम में गलतियां आती हैं आसानी नाल लभ सकते हैं। फंक्शंस रिड्यूसेस द लेंथ ऑफ ए प्रोग्राम। With the help of function, we can easily understand the program because the size of program is small with the help of function. We can use a function in more than one program. जेकर तुहाडी कोई क्वेरी क्वेश्चन ਜਾਂ सुजैशन है तो कमेंट सैक्शन में जरूर दसना। ਅਤੇ जेकर तुसी अजे तक मेरे इस YouTube चैनल ਨੂੰ लाइक ਅਤੇ सबसक्राइब नहीं किया है तो कृपा करके इसनूं लाइक ਅਤੇ सबसक्राइब जरूर करो ਅਤੇ बैल आइकन ਨੂੰ प्रेस करना ना भूलो ਤਾਂ जो ਤੁਹਾਨੂੰ ਮੇਰੀਆਂ ਨਵੀਆਂ वीडियोज़ की नोटिफिकेशन मिलती रहे। धन्यवाद।